हेलो स्टूडेंट्स, ਅੱਜ 5th ਲੈਕਚਰ ਚੈਸੀ ਬੋਡੀ ਐਂਡ ਟਰਾਂਸਮਿਸ਼ਨ ਦਾ ਜਿਹਦੇ 'ਚ ਅਸੀਂ ਡਿਸਕਸ ਕਰਾਂਗੇ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਬਾਰੇ। ਸਸਪੈਂਸ਼ਨ ਸਿਸਟਮ ਅਸੀਂ ਹਜੇ ਤੱਕ ਜਿੰਨੇ ਵੀ ਪੜ੍ਹੇ ਨੇ ਔਰ ਇਸ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿੰਦਾ ਵੀ ਸਸਪੈਂਸ਼ਨ ਸਿਸਟਮ ਦੋ ਤਰ੍ਹਾਂ ਦੇ ਨੇ, ਇੱਕ ਰਿਜਿਡ ਐਕਸਲ ਤੇ ਦੂਸਰਾ ਇੰਡੀਪੈਂਡੈਂਟ ਸਸਪੈਂਸ਼ਨ। ਅੱਜ ਅਸੀਂ ਡਿਸਕਸ ਕਰਾਂਗੇ ਇੰਡੀਪੈਂਡੈਂਟ ਸਸਪੈਂਸ਼ਨ ਬਾਰੇ। ਸੋ ਇੰਡੀਪੈਂਡੈਂਟ ਸਸਪੈਂਸ਼ਨ ਦਾ ਮਤਲਬ ਕੀ ਹੈ, ਜਿੱਦਾਂ ਕਿ ਨਾਮ ਤੋਂ ਕਲੀਅਰ ਹੁੰਦਾ ਪਿਆ ਇੰਡੀਪੈਂਡੈਂਟ। ਇੰਡੀਪੈਂਡੈਂਟ ਦਾ ਮਤਲਬ ਹੁੰਦਾ ਹੈ ਆਜ਼ਾਦ, ਮਤਲਬ ਫ੍ਰੀ। ਹਰ ਟਾਇਰ ਦਾ ਜਦੋਂ ਆਪਣਾ ਅਲੱਗ ਸਸਪੈਂਸ਼ਨ ਸਿਸਟਮ ਹੋਏਗਾ ਉਹਨੂੰ ਅਸੀਂ ਕਵਾਂਗੇ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ। ਕਲੀਅਰ ਹੈ ਜੀ? ਜਦੋਂ ਹਰ ਇੱਕ ਟਾਇਰ ਦਾ ਆਪਣਾ ਅਲੱਗ ਸਸਪੈਂਸ਼ਨ ਸਿਸਟਮ ਹੋਏਗਾ ਉਹਨੂੰ ਅਸੀਂ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਕਵਾਂਗੇ। ਦੂਸਰਾ ਕਿਹੜਾ ਆਂਦਾ ਜੀ? ਦੂਸਰਾ ਆਂਦਾ ਜੀ ਰਿਜਿਡ ਐਕਸਲ ਸਸਪੈਂਸ਼ਨ ਸਿਸਟਮ, ਜਾਂ ਆਪਾਂ ਨੂੰ ਕਹਿੰਦੇ ਆ ਰਿਜਿਡ ਸਸਪੈਂਸ਼ਨ, ਜਾਂ ਅਸੀਂ ਕਹਿੰਦੇ ਆ ਰਿਜਿਡ ਐਕਸਲ ਸਸਪੈਂਸ਼ਨ ਸਿਸਟਮ। ਦੋਨੋਂ ਅਲੱਗ-ਅਲੱਗ ਨੇ, ਦੋਨਾਂ ਬਾਰੇ ਸਟੱਡੀ ਕਰਦੇ ਆ। ਜ਼ਿਆਦਾ ਅਸੀਂ ਫੋਰਸ ਪਾਵਾਂਗੇ ਇਸ ਵਾਰ ਲੈਕਚਰ 'ਚ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਤੇ। ਕੀ ਕਹਿੰਦੇ ਹੋ? देयर आर टू ways to using suspension with rigid axles and independent suspension। ਕੋਈ ਵੀ ਸਸਪੈਂਸ਼ਨ ਸਿਸਟਮ ਹੈ, ਅਸੀਂ ਉਹਨੂੰ ਯੂਜ਼ ਕਰਨਾ ਹੈ। ਉਹਨੂੰ ਯੂਜ਼ ਕਰਨ ਦੇ ਦੋ ਤਰੀਕੇ ਨੇ, ਜਾਂ ਤਾਂ ਅਸੀਂ ਰਿਜਿਡ ਐਕਸਲ ਯੂਜ਼ ਕਰੀਏ ਜਾਂ ਫਿਰ ਅਸੀਂ ਇੰਡੀਪੈਂਡੈਂਟ ਸਸਪੈਂਸ਼ਨ ਯੂਜ਼ ਕਰੀਏ। ਰਿਜਿਡ ਐਕਸਲ ਤੇ ਇੰਡੀਪੈਂਡੈਂਟ ਦੇ ਵਿਚਕਾਰ ਕੀ ਫਰਕ ਹੈ, ਦੋਨਾਂ 'ਚ ਕੀ ਡਿਫਰੈਂਸ ਹੈ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਵਾਈਲ rigid axle suspension, the suspension springs are put on a rigid axle on which the wheels are mounted। ਰਿਜਿਡ ਐਕਸਲ ਸਸਪੈਂਸ਼ਨ ਸਿਸਟਮ ਦੇ ਵਿੱਚ ਕੀ ਹੋਏਗਾ, ਜਿਹੜੇ ਵੀਲਸ ਹੋਣਗੇ ਉਹਨਾਂ ਨੂੰ ਇੱਕ ਰਿਜਿਡ ਐਕਸਲ ਦੇ ਉੱਪਰ ਮਾਊਂਟ ਕੀਤਾ ਜਾਏਗਾ ਤੇ ਸਸਪੈਂਸ਼ਨ ਸਿਸਟਮ ਉਹਦੇ ਉੱਤੇ ਲੱਗਾ ਹੋਏਗਾ। ਫੋਰ ਐਗਜ਼ਾਮਪਲ ਕਿਦਾਂ, ਇਸ ਡਾਇਗਰਾਮ ਤੋਂ ਤੁਹਾਨੂੰ ਕਲੀਅਰ ਹੋਏਗਾ ਰਿਜਿਡ ਐਕਸਲ ਸਸਪੈਂਸ਼ਨ ਦਾ ਕੀ ਮਤਲਬ ਹੈ। ਇੱਕ ਐਕਸਲ ਹੈ, ਇਹ ਜਿਹੜਾ ਗ੍ਰੇ ਕਲਰ ਦਾ ਨੀਚੇ ਇਹ ਇੱਕ ਐਕਸਲ ਹੈ। ਇਸ ਐਕਸਲ ਦੇ ਉੱਪਰ ਵੀਲ ਮਾਊਂਟ ਨੇ, ਦੋਨੋਂ ਵੀਲ ਜਿਹੜੇ ਨੇ ਉਹ ਇਸ ਐਕਸਲ ਤੇ ਮਾਊਂਟ ਨੇ, ਤੇ ਇਸ ਐਕਸਲ ਦੇ ਉੱਪਰ ਇੱਕ ਸਸਪੈਂਸ਼ਨ ਸਿਸਟਮ ਲੱਗਾ ਹੈ। ਮਤਲਬ ਜਿਹੜਾ ਸਸਪੈਂਸ਼ਨ ਸਿਸਟਮ ਹੈ ਉਹ ਐਕਸਲ ਦੇ ਉੱਪਰ ਲੱਗਾ ਹੋਇਆ ਹੈ, ਉਸ ਐਕਸਲ ਦੇ ਉੱਪਰ ਜਿਸ ਐਕਸਲ ਦੇ ਨਾਲ ਦੋਨੋਂ ਵੀਲਸ ਅਟੈਚ ਨੇ। ਤੇ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਦੇ ਵਿੱਚ ਕੀ ਹੋਏਗਾ, ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਦੇ ਵਿੱਚ ਹਰ ਟਾਇਰ ਦਾ ਆਪਣਾ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਹੋਏਗਾ। ਫੋਰ ਐਗਜ਼ਾਮਪਲ ਇਹ ਟਾਇਰ ਹੈ, ਇੱਕ ਟਾਇਰ ਇੱਧਰ ਹੈ। ਇਹ ਜੇ ਆਪਾਂ ਟਾਇਰਸ ਦੀ ਗੱਲ ਕਰਦੇ ਆ, ਇਹ ਦੋਨੋਂ ਟਾਇਰ ਇੱਕ ਐਕਸਲ ਦੇ ਨਾਲ ਜੁੜੇ ਨੇ ਤੇ ਦੋਨਾਂ ਦਾ ਇੱਕੋ ਹੀ ਸਸਪੈਂਸ਼ਨ ਸਿਸਟਮ ਹੈ। ਦੋਨਾਂ ਟਾਇਰਸ ਦਾ ਇੱਕੋ ਸਸਪੈਂਸ਼ਨ ਸਿਸਟਮ ਹੈ ਜਿਹੜਾ ਐਕਸਲ ਦੇ ਉੱਪਰ ਮਾਊਂਟ ਹੈ। ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਦੇ ਵਿੱਚ ਐਦਾਂ ਨਹੀਂ ਹੋਏਗਾ। ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਦੇ ਵਿੱਚ ਜਿਹੜਾ ਸਸਪੈਂਸ਼ਨ ਸਿਸਟਮ ਹੈ ਉਹ ਇੰਡੀਪੈਂਡੈਂਟ ਹੋਏਗਾ ਦੋਨੋਂ ਟਾਇਰਸ ਦਾ, ਮਤਲਬ ਦੋਨੋਂ ਟਾਇਰਸ ਦਾ ਆਪਣਾ ਅਲੱਗ-ਅਲੱਗ ਸਸਪੈਂਸ਼ਨ ਸਿਸਟਮ ਹੋਏਗਾ, ਉਹਨੂੰ ਅਸੀਂ ਕਹਿੰਦੇ ਆ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ। ਸੋ ਅਸੀਂ ਪਹਿਲੇ ਕੀ ਸਟੱਡੀ ਕੀਤਾ ਵੀ ਦੋ ਤਰੀਕੇ ਨੇ ਸਸਪੈਂਸ਼ਨ ਸਿਸਟਮ ਯੂਜ਼ ਕਰਨ ਦੇ। ਜਿਹੜਾ ਪਹਿਲਾ ਤਰੀਕਾ ਹੈ ਉਹ ਕੀ ਕਹਿੰਦਾ ਹੈ ਵੀ ਆਪਾਂ ਰਿਜਿਡ ਐਕਸਲ ਦੇ ਉੱਤੇ ਸਸਪੈਂਸ਼ਨ ਸਿਸਟਮ ਲਗਾ ਦਈਏ, ਤੇ ਦੂਜਾ ਤਰੀਕਾ ਕੀ ਕਹਿੰਦਾ ਆਪਾਂ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਲਗਾ ਦਈਏ। While rigid axle suspension, the suspension springs put on a rigid axle on which the wheels are mounted। rigid axle suspension system ਦੇ ਵਿੱਚ ਕੀ ਹੋਏਗਾ, ਜਿਹੜਾ ਸਸਪੈਂਸ਼ਨ ਸਿਸਟਮ ਹੋਏਗਾ ਉਹ ਇੱਕ ਐਕਸਲ ਤੇ ਲੱਗਾ ਹੋਏਗਾ, ਜਿਹੜੇ ਐਕਸਲ ਦੇ ਉੱਤੇ ਵੀਲ ਮਾਊਂਟ ਹੋਣਗੇ। ਅੱਗੋਂ ਕੀ ਕਹਿੰਦੇ ਨੇ, the drawback of using this system is that while taking turn of coming across a bump, the whole of the vehicle is tilted। This also result in loss of steering control or variation in the control। ਕਹਿੰਦੇ ਰਿਜਿਡ ਐਕਸਲ ਸਸਪੈਂਸ਼ਨ ਸਿਸਟਮ ਯੂਜ਼ ਕਰਨ ਦਾ ਨੁਕਸਾਨ ਸਾਨੂੰ ਕੀ ਹੋਏਗਾ, that while taking turn, ਜਦੋਂ ਅਸੀਂ ਟਰਨ ਲੈਣਾ ਹੈ, ਜਦੋਂ ਅਸੀਂ ਮੁੜਨਾ ਹੈ, of coming across a bump, ਜਦੋਂ ਕੋਈ ਇੱਕ ਝਟਕਾ ਆ ਗਿਆ ਜਾਂ ਆਪਾਂ ਮੁੜਨ ਲੱਗੇ ਆ, ਮੁੜਦੇ ਟਾਈਮ ਇੱਕ ਝਟਕਾ ਆ ਗਿਆ, ਉਸ ਟਾਈਮ ਤੇ ਕੀ ਹੋਏਗਾ, the whole of the vehicle is tilted। ਜਿਹੜਾ ਸਾਰੇ ਦਾ ਸਾਰਾ ਵਹੀਕਲ ਹੈ ਉਹ ਟਿਲਟ ਹੋ ਜਾਏਗਾ। ਫੋਰ ਐਗਜ਼ਾਮਪਲ ਕੀ ਹੈ, ਰਿਜਿਡ ਐਕਸਲ ਸਸਪੈਂਸ਼ਨ ਸੀਗਾ, ਅਸੀਂ ਜਾਂਦੇ ਪਏ ਸੀਗੇ, ਇੱਕ ਅੱਗੇ ਬੰਪ ਆ ਗਿਆ, ਜਦੋਂ ਬੰਪ ਆ ਗਿਆ ਇਹ ਟਾਇਰ ਜਿਹੜਾ ਸੀਗਾ ਉੱਪਰ ਚੱਕਿਆ ਗਿਆ,
ਇਹ ਟਾਇਰ ਉੱਪਰ ਚੱਕਿਆ ਗਿਆ, ਇਹ ਟਾਇਰ ਉੱਪਰ ਚੱਕਣ ਜਾਣ ਦੇ ਨਾਲ ਕੀ ਹੋਏਗਾ, ਇਹ ਟਾਇਰ ਵੀ ਨਾਲ ਹੀ ਉੱਪਰ ਚੱਕਿਆ ਜਾਊਗਾ, ਕਿਉਂਕਿ ਇਹਦੇ ਵਿਚਕਾਰ ਕੀ ਲੱਗਾ ਹੈ, ਇਹਦੇ ਵਿਚਕਾਰ ਇੱਕ ਲੱਗਾ ਰਿਜਿਡ ਐਕਸਲ। ਮਤਲਬ ਜਦੋਂ ਇਹ ਟਾਇਰ ਉੱਪਰ ਜਾਏਗਾ ਉਹਦੇ ਨਾਲ ਐਕਸਲ ਵੀ ਉੱਪਰ ਜਾਣ ਦੀ ਕੋਸ਼ਿਸ਼ ਕਰੇਗਾ, ਜਦੋਂ ਐਕਸਲ ਉੱਪਰ ਜਾਣ ਦੀ ਕੋਸ਼ਿਸ਼ ਕਰੇਗਾ ਤੇ ਇਹ ਟਾਇਰ ਵੀ ਉੱਪਰ ਜਾਣ ਦੀ ਕੋਸ਼ਿਸ਼ ਕਰੇਗਾ। ਜੇ ਇਹੀ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਹੁੰਦਾ, ਇੱਧਰ ਬੰਪ ਆਇਆ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਦੇ ਵਿੱਚ, ਇਹ ਟਾਇਰ ਇੰਡੀਪੈਂਡੈਂਟਲੀ ਇਕੱਲਾ ਹੀ ਉੱਪਰ ਮੂਵ ਕਰ ਗਿਆ, ਦੂਜੇ ਟਾਇਰ ਨੂੰ ਪਤਾ ਵੀ ਨਹੀਂ ਲੱਗਾ ਵੀ ਮੇਰੇ ਨਾਲ ਦੇ ਟਾਇਰ ਦੇ ਨੀਚੇ ਕੋਈ ਬੰਪ ਆਇਆ ਸੀਗਾ ਤੇ ਉਹ ਬੰਪ ਨੂੰ ਕ੍ਰੋਸ ਕਰਕੇ ਗਿਆ। ਸੋ ਇੱਕ ਡਰਾਬੈਕ ਹੋ ਗਿਆ ਰਿਜਿਡ ਐਕਸਲ ਸਸਪੈਂਸ਼ਨ ਸਿਸਟਮ ਯੂਜ਼ ਕਰਨ ਦਾ, ਵੀ ਜਦੋਂ ਆਪਾਂ ਰਿਜਿਡ ਐਕਸਲ ਸਸਪੈਂਸ਼ਨ ਸਿਸਟਮ ਯੂਜ਼ ਕਰਾਂਗੇ, ਜਦੋਂ ਕੋਈ ਵੀ ਬੰਪ ਆਏਗਾ ਹੋਲ ਆਫ ਦੀ ਵਹੀਕਲ ਇਜ਼ ਟਿਲਟਡ, ਪੂਰੇ ਦਾ ਪੂਰਾ ਵਹੀਕਲ ਜਿਹੜਾ ਉਹ ਟਿਲਟ ਕਰ ਜਾਏਗਾ, ਪੂਰੇ ਦਾ ਪੂਰਾ ਵਹੀਕਲ ਜਿਹੜਾ ਉਹ ਝੁਕ ਜਾਏਗਾ ਇੱਕ ਪਾਸੇ। ਦਿਸ ਆਲਸੋ ਰਿਜ਼ਲਟ ਇਨ ਲਾਸ ਆਫ ਸਟੀਅਰਿੰਗ ਕੰਟਰੋਲ। ਇਹਦੇ ਨਾਲ ਸਾਨੂੰ ਕੀ ਨੁਕਸਾਨ ਹੋਏਗਾ, ਇੱਕ ਤੇ ਸਟੀਅਰਿੰਗ ਕੰਟਰੋਲ ਦੇ ਉੱਤੇ ਜਿਹੜਾ ਸਾਡਾ ਕੰਟਰੋਲ ਹੈ ਉਹ ਨਹੀਂ ਰਹੇਗਾ। ਜੇ ਆਪਾਂ ਸਟੀਅਰਿੰਗ ਕਰਦੇ ਪਏ ਆ, ਐਦਾਂ ਦੀ ਕੰਡੀਸ਼ਨ ਜਦੋਂ ਹੋਏਗੀ ਉਦੋਂ ਅਸੀਂ ਸਟੀਅਰਿੰਗ ਨੂੰ ਸਹੀ ਤਰ੍ਹਾਂ ਨਹੀਂ ਕਰ ਪਾਵਾਂਗੇ, ਸਟੀਅਰ ਸਾਡੇ ਕੋਲ ਵਹੀਕਲ ਸਹੀ ਤਰ੍ਹਾਂ ਨਹੀਂ ਹੋਵੇਗਾ। ਔਰ ਵੇਰੀਏਸ਼ਨ ਇਨ ਦੀ ਕੰਟਰੋਲ, ਤੇ ਕੰਟਰੋਲ ਦੇ ਵਿੱਚ ਵੇਰੀਏਸ਼ਨ ਆਏਗੀ, ਕਦੀ ਇੱਕਦਮ ਗੱਡੀ ਸਾਡੀ ਜ਼ਿਆਦਾ ਟਰਨ ਕਰ ਜਾਏਗੀ, ਕਦੀ ਘੱਟ ਕਰੇਗੀ, ਮਤਲਬ ਵੇਰੀਏਸ਼ਨ ਆਊਗੀ ਕੰਟਰੋਲ ਕਰਨ ਨੂੰ, ਗੱਡੀ ਨੂੰ ਕੰਟਰੋਲ ਕਰਨ ਦੇ ਵਿੱਚ ਵੇਰੀਏਸ਼ਨ ਆਏਗੀ। ਇਹ ਸਾਨੂੰ ਨੁਕਸਾਨ ਹੋਏਗਾ ਰਿਜਿਡ ਐਕਸਲ ਸਸਪੈਂਸ਼ਨ ਸਿਸਟਮ ਦਾ। ਟੂ ਅਵੋਇਡ ਦਿਸ, ਇਸ ਚੀਜ਼ ਨੂੰ ਰੋਕਣ ਦੇ ਲਈ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਇਜ਼ ਯੂਜ਼ਡ। ਇਸ ਚੀਜ਼ ਨੂੰ ਦੂਰ ਕਰਨ ਦੇ ਲਈ ਅਸੀਂ ਕੀ ਯੂਜ਼ ਕੀਤਾ, ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕੀਤਾ। ਇਨ ਦਿਸ ਸਿਸਟਮ, ਇਸ ਸਿਸਟਮ ਦੇ ਵਿੱਚ ਕੀ ਹੋਏਗਾ, the wheel coming across the bump raised only and the vehicle chassis and body remain straight। ਇਹ ਕੀ ਕਹਿੰਦੇ ਨੇ ਬਈ, ਜਿਹੜੀ ਆਪਾਂ ਟਿਲਟਿੰਗ ਦੀ, ਪੂਰੇ ਵਹੀਕਲ ਦੀ ਟਿਲਟਿੰਗ ਦੀ ਪ੍ਰੋਬਲਮ ਆ ਰਹੀ ਸੀਗੀ, ਉਹਨੂੰ ਦੂਰ ਕਰਨ ਦੇ ਲਈ ਅਸੀਂ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕੀਤਾ। ਜਦੋਂ ਅਸੀਂ ਇੰਡੀਪੈਂਡੈਂਟ ਸਸਪੈਂਸ਼ਨ ਯੂਜ਼ ਕੀਤਾ, ਉਹਦੇ ਚ ਕੀ ਹੋਇਆ, ਜਦੋਂ ਵੀਲ ਦੇ ਨੀਚੇ ਕਿਸੇ ਵੀਲ ਦੇ ਨੀਚੇ ਕੋਈ ਬੰਪ ਆ ਗਿਆ, ਕੋਈ ਪੱਥਰ ਆ ਗਿਆ, ਕੋਈ ਬ੍ਰੇਕਰ ਆ ਗਿਆ ਜਾਂ ਕੋਈ ਚੀਜ਼ ਆ ਗਈ, ਉਦੋਂ ਕੀ ਹੋਣਾ, ਸਿਰਫ ਤੇ ਸਿਰਫ ਉਹੀ ਵਹੀਕਲ ਦਾ ਜਿਹੜਾ ਵੀਲ ਹੈ ਉਹ ਉੱਪਰ ਲਿਫਟ ਹੋਏਗਾ ਤੇ ਜਿਹੜੀ ਵਹੀਕਲ ਦੀ ਚੈਸੀ ਹੈ ਤੇ ਜਿਹੜੀ ਬੋਡੀ ਹੈ ਉਹ ਸਟ੍ਰੇਟ ਰਹੇਗੀ। ਮਤਲਬ ਖਾਲੀ ਵੀਲ ਨੂੰ ਝਟਕਾ ਲੱਗੇਗਾ, ਵੀਲ ਤੋਂ ਇਲਾਵਾ ਹੋਰ ਕਿਸੇ ਚੀਜ਼ ਨੂੰ ਝਟਕਾ ਨਹੀਂ ਲੱਗੇਗਾ। ਅੱਗੇ ਕੀ ਹੁੰਦਾ ਪਿਆ ਸੀਗਾ, ਜਦੋਂ ਆਪਾਂ ਰਿਜਿਡ ਐਕਸਲ ਯੂਜ਼ ਕਰਦੇ ਪਏ ਸੀਗੇ, ਰਿਜਿਡ ਐਕਸਲ ਦੇ ਵਿੱਚ ਪੂਰੀ ਦੀ ਪੂਰੀ ਬੋਡੀ ਨੂੰ ਝਟਕਾ ਲੱਗਦਾ ਸੀਗਾ, ਪੂਰੇ ਫਰੇਮ ਨੂੰ, ਪੂਰੀ ਚੈਸੀ ਨੂੰ ਝਟਕਾ ਲੱਗਦਾ ਸੀਗਾ। ਬਟ ਜਦੋਂ ਆਪਾਂ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕਰਾਂਗੇ, ਉਦੋਂ ਕਿਸੇ ਚੀਜ਼ ਨੂੰ ਝਟਕਾ ਨਹੀਂ ਲੱਗੇਗਾ, ਕੱਲਾ ਟਾਇਰ ਜਿਹੜਾ ਹੈ ਉਹ ਮੂਵ ਕਰੇਗਾ। Nowadays, independent suspension system is universally used at the front except some heavy vehicles। ਕਹਿੰਦੇ ਅੱਜ ਕੱਲ ਦੇ ਦਿਨਾਂ ਦੇ ਵਿੱਚ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਜਿਹੜਾ ਹੈ ਉਹ ਹਰ ਗੱਡੀ ਦੇ ਵਿੱਚ ਯੂਨੀਵਰਸਲੀ, ਮਤਲਬ ਹਰ ਗੱਡੀ ਦੇ ਵਿੱਚ ਅਪਰੋਕਸੀਮੇਟਲੀ ਹਰ ਗੱਡੀ 'ਚ ਯੂਜ਼ ਹੋ ਰਿਹਾ ਹੈ। ਐਟ ਫਰੰਟ ਤੇ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਜ਼ਿਆਦਾਤਰ ਮੋਸਟਲੀ ਫਰੰਟ ਵਾਲੇ ਟਾਇਰ ਤੇ ਯੂਜ਼ ਕੀਤਾ ਜਾਂਦਾ ਹੈ, ਐਕਸੈਪਟ ਸਮ ਹੈਵੀ ਵਹੀਕਲਸ। ਕਈ ਹੈਵੀ ਵਹੀਕਲਸ ਜਿਵੇਂ ਕਿ ਟਰੱਕ ਹੋ ਗਏ ਜਾਂ ਬੱਸਿਸ ਹੋ ਗਈਆਂ, ਕਈਆਂ ਟਰੱਕਾਂ ਦੇ ਵਿੱਚ, ਕਈਆਂ ਬੱਸਿਸ ਦੇ ਵਿੱਚ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਹਜੇ ਵੀ ਨਹੀਂ ਯੂਜ਼ ਕੀਤਾ ਜਾਂਦਾ, ਉਹਨਾਂ ਦੇ ਵਿੱਚ ਹਜੇ ਵੀ ਰਿਜਿਡ ਐਕਸਲ ਸਸਪੈਂਸ਼ਨ ਸਿਸਟਮ ਯੂਜ਼ ਹੁੰਦਾ ਪਿਆ। ਸਮ ਵਹੀਕਲ ਆਲਸੋ ਯੂਜ਼ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਐਟ ਰੀਅਰ। ਕੁਝ ਵਹੀਕਲ ਇਦਾਂ ਦੇ ਵੀ ਹੈਗੇ ਨੇ ਜਿਹੜੇ ਰੀਅਰ ਤੇ ਵੀ, ਮਤਲਬ ਪਿਛਲੀ ਸਾਈਡ ਤੇ ਵੀ, ਪਿਛਲੇ ਟਾਇਰਾਂ ਤੇ ਵੀ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕਰਦੇ ਪਏ ਨੇ। ਮੋਸਟਲੀ ਜ਼ਿਆਦਾਤਰ ਗੱਡੀਆਂ ਦੇ ਵਿੱਚ ਸਿਰਫ ਤੇ ਸਿਰਫ ਫਰੰਟ ਤੇ ਯੂਜ਼ ਹੁੰਦਾ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ, ਪਰ ਕਈ ਗੱਡੀਆਂ ਐਦਾਂ ਦੀਆਂ ਨੇ ਜਿਹੜੀਆਂ ਫਰੰਟ ਤੇ ਵੀ ਯੂਜ਼ ਨਹੀਂ ਹਜੇ ਤੱਕ ਕਰਦੀਆਂ ਪਈਆਂ, ਜਿਹੜੀਆਂ ਹੈਵੀ ਵਹੀਕਲਸ ਨੇ। ਤੇ ਕਹਿੰਦੇ ਕਈ ਗੱਡੀਆਂ ਐਦਾਂ ਦੀਆਂ ਨੇ ਜਿਹੜੀਆਂ ਰੀਅਰ ਤੇ ਵੀ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕਰਦੀਆਂ ਪਈਆਂ, ਮਤਲਬ ਪਿਛਲੇ ਵਾਲੇ ਟਾਇਰਾਂ ਤੇ ਵੀ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕਰਦੀਆਂ ਪਈਆਂ। There are four arrangement of employing independent suspension। ਕਿਸੇ ਵੀ ਗੱਡੀ ਦੇ ਵਿੱਚ ਆਪਾਂ ਜੇਕਰ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਲਗਾਉਣਾ ਹੈ, ਉਹਦੇ ਚਾਰ ਅਲੱਗ-ਅਲੱਗ ਤਰੀਕੇ ਨੇ। ਇੱਕ ਪਹਿਲਾ ਤਰੀਕਾ ਹੈ ਜੀ ਵਰਟੀਕਲ ਸਲਾਈਡ, ਦੂਜਾ ਹੈ ਜੀ ਡਿਵਾਈਡਡ ਐਕਸਲ, ਤੀਜਾ ਹੈ ਜੀ ਪੈਰਲਲ ਲਿੰਕ, ਚੌਥਾ ਹੈ ਜੀ ਸਵਿੰਗਿੰਗ ਆਰਮ। ਇਹ ਚਾਰਾਂ ਬਾਰੇ ਆਪਾਂ ਸਟੱਡੀ ਕਰਦੇ ਹਾਂ। ਪਹਿਲੇ ਵਰਟੀਕਲ ਸਲਾਈਡ ਟਾਈਪ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ, ਦੂਜਾ ਡਿਵਾਈਡਡ ਐਕਸਲ ਟਾਈਪ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ, ਤੀਜਾ ਪੈਰਲਲ ਲਿੰਕ ਟਾਈਪ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ, ਚੌਥਾ ਆ ਗਿਆ ਸਵਿੰਗਿੰਗ ਆਰਮ ਟਾਈਪ
ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ। ਪਹਿਲੇ ਆਪਾਂ ਗੱਲ ਕਰਦੇ ਹਾਂ ਵਰਟੀਕਲ ਸਲਾਈਡ ਇੰਡੀਪੈਂਡੈਂਟ ਸਸਪੈਂਸ਼ਨ ਦੀ। ਵਰਟੀਕਲ ਸਲਾਈਡ ਇੰਡੀਪੈਂਡੈਂਟ ਸਸਪੈਂਸ਼ਨ ਆਟੋਮੋਬਾਈਲ ਦੇ ਵਿੱਚ ਤੁਹਾਨੂੰ ਨਾਮ ਪੜ੍ਹ ਕੇ ਹੀ ਅੱਧੀ ਚੀਜ਼ ਕਲੀਅਰ ਹੋ ਜਾਂਦੀ ਹੈ ਵੀ ਇਹਦੇ ਚ ਕੀ ਕਹਿੰਦੇ ਨੇ ਉਹ ਵਰਟੀਕਲ ਸਲਾਈਡ ਇੰਡੀਪੈਂਡੈਂਟ ਸਸਪੈਂਸ਼ਨ। ਪਹਿਲੀ ਗੱਲ ਤੇ ਹੈ ਸਸਪੈਂਸ਼ਨ ਸਿਸਟਮ ਹੈ, ਦੂਜੀ ਗੱਲ ਹੈ ਇੰਡੀਪੈਂਡੈਂਟ। ਇੰਡੀਪੈਂਡੈਂਟ ਮਤਲਬ ਦੋਨੋਂ ਟਾਇਰਾਂ ਦਾ ਅਲੱਗ-ਅਲੱਗ ਹੈ। ਤੇ ਕਿਹੜੀ ਟਾਈਪ ਹੈ ਵਰਟੀਕਲ ਸਲਾਈਡ, ਮਤਲਬ ਵਰਟੀਕਲ ਤੁਸੀਂ ਸਮਝਦੇ ਹੋ ਅਪ ਡਾਊਨ, ਹੋਰੀਜ਼ੋਨਟਲ ਨਹੀਂ, ਵਰਟੀਕਲ ਅਪ ਡਾਊਨ ਮੂਵਮੈਂਟ। ਸਲਾਈਡ ਮੀਨਸ ਕਿਸੇ ਚੀਜ਼ ਦਾ ਸਲਾਈਡ ਕਰਨਾ, ਕਿਸੇ ਚੀਜ਼ ਦਾ ਅਪ ਡਾਊਨ ਮੂਵ ਕਰਨਾ। ਜਦੋਂ ਕੋਈ ਐਦਾਂ ਦਾ ਸਸਪੈਂਸ਼ਨ ਸਿਸਟਮ ਆਪਾਂ ਯੂਜ਼ ਕਰੀਏ ਜਿਹਦੇ ਅੰਦਰ ਜਿਹੜੀ ਕਿੰਗ ਪਿਨ ਨੇ ਉਹ ਵਰਟੀਕਲੀ ਸਲਾਈਡ ਕਰੇ, ਉਹਨੂੰ ਅਸੀਂ ਕਹਿੰਦੇ ਆ ਵਰਟੀਕਲ ਸਲਾਈਡ ਇੰਡੀਪੈਂਡੈਂਟ ਸਸਪੈਂਸ਼ਨ। ਇਹ ਤੁਸੀਂ ਦੇਖਦੇ ਪਏ ਹੋ ਦੋ ਟਾਇਰ ਨੇ, ਦੋਨਾਂ ਟਾਇਰਾਂ ਦਾ ਆਪਣੀ ਅਲੱਗ-ਅਲੱਗ ਕਿੰਗ ਪਿਨ ਹੈ। ਇੱਕ ਕਿੰਗ ਪਿਨ ਹੈ ਰਹੀ, ਦੂਸਰੀ ਕਿੰਗ ਪਿਨ ਹੈ ਰਹੀ। ਅਸੀਂ ਕੀ ਕੀਤਾ, ਵੈਸੇ ਕਿੰਗ ਪਿਨ ਇੰਨੀ ਲੰਬੀ ਨਹੀਂ ਹੁੰਦੀ, ਇਹਨਾਂ ਨੇ ਕੀ ਕੀਤਾ ਕਿੰਗ ਪਿਨ ਨੂੰ ਲੰਬਾ ਕਰਤਾ। ਕਿੰਗ ਪਿਨ ਇਧਰੋਂ ਵੀ ਲੰਬੀ ਕਰਤੀ ਤੇ ਇਧਰੋਂ ਵੀ ਲੰਬੀ ਕਰਤੀ। ਜਿਹੜਾ ਐਕਸਲ ਸੀਗਾ ਉਹ ਐਕਸਲ ਚ ਕੀ ਕੀਤਾ, ਦੋ ਹੋਲ ਕਰਤੇ, ਇੱਕ ਹੋਲ ਇੱਧਰ ਕਰਤਾ, ਇੱਕ ਹੋਲ ਇੱਧਰ ਕਰਤਾ। ਤੇ ਵਿੱਚ ਉਹਨਾਂ ਨੇ ਕੀ ਪਾਤਾ ਐਕਸਲ ਦੇ ਵਿੱਚ ਬੁਸ਼ ਪਾਤਾ ਵੀ ਕੱਲ ਨੂੰ ਜੇ ਕੋਈ ਚੀਜ਼ ਘਸੇ ਤੇ ਬੁਸ਼ ਕਿਸੇ ਐਕਸਲ ਨੂੰ ਕੁਛ ਨਾ ਹੋਵੇ। ਮਤਲਬ ਐਕਸਲ ਨੂੰ ਕੱਟ ਕੇ ਵਿੱਚ ਦੋ ਹੋਲ ਕਰਤੇ, ਉਹਨਾਂ ਦੋ ਹੋਲਸ ਦੇ ਵਿੱਚ ਬੁਸ਼ ਪਾਤੇ, ਉਹਨਾਂ ਬੁਸ਼ਿਸ ਦੇ ਵਿੱਚੋਂ ਕਿੰਗ ਪਿਨ ਪਾਤੀ। ਐਦਾਂ ਇੱਕ ਆਪਾਂ ਵਰਟੀਕਲ ਸਲਾਈਡ ਟਾਈਪ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਬਣਾਤਾ। ਹੁਣ ਆਪਾਂ ਮੰਨ ਲੈਂਦੇ ਆ ਜਿਹੜਾ ਰਾਈਟ ਵਾਲਾ ਵੀਲ ਹੈ ਉਹਦੇ ਨੀਚੇ ਇੱਕ ਬੰਪ ਆ ਗਿਆ, ਇਹ ਵੀਲ ਦੇ ਨੀਚੇ ਇੱਕ ਬੰਪ ਆ ਗਿਆ। ਜੇ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਹੁੰਦਾ ਫਿਰ ਕੀ ਹੋਣਾ, ਜੇ ਆਪਣਾ ਰਿਜਿਡ ਐਕਸਲ ਸਸਪੈਂਸ਼ਨ ਸਿਸਟਮ ਹੁੰਦਾ ਫਿਰ ਕੀ ਹੋਣਾ ਸੀਗਾ, ਦੋਨੋਂ ਟਾਇਰ ਉੱਪਰ ਨੂੰ ਲਿਫਟ ਹੋਣੇ ਸੀਗੇ। ਬਟ ਇੰਡੀਪੈਂਡੈਂਟ ਦੇ ਵਿੱਚ ਕੀ ਹੋਏਗਾ, ਜੇ ਰਾਈਟ ਵਾਲੇ ਟਾਇਰ ਦੇ ਨੀਚੇ ਬੰਪ ਆ ਗਿਆ ਸਿਰਫ ਰਾਈਟ ਵਾਲਾ ਟਾਇਰ ਉੱਪਰ ਚੱਕਿਆ ਜਾਏਗਾ, ਲੈਫਟ ਵਾਲਾ ਟਾਇਰ ਆਪਣੀ ਜਗ੍ਹਾ ਤੇ ਰਹੇਗਾ। ਐਕਸਲ ਜਿਹੜਾ ਹੈ ਉਹ ਜਿੱਦਾਂ ਸੀਗਾ ਪਹਿਲੇ ਉਦਾਂ ਹੀ ਰਹੇਗਾ, ਐਕਸਲ ਵੀ ਮੂਵ ਨਹੀਂ ਕਰੇਗਾ। ਮੂਵ ਕੀ ਕੀਤਾ, ਸਿਰਫ ਕਿੰਗ ਪਿਨ, ਕਿੰਗ ਪਿਨ ਵੀ ਸਲਾਈਡ ਕੀਤੀ, ਉਹ ਵੀ ਵਰਟੀਕਲੀ। ਇਸ ਕਰਕੇ ਆਪਾਂ ਇਹਨੂੰ ਕਹਿੰਦੇ ਆ ਵਰਟੀਕਲ ਸਲਾਈਡ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ। ਸਿਰਫ ਇੱਕ ਵੀਲ ਜਿਹਦੇ ਨੀਚੇ ਬੰਪ ਆਇਆ ਸਿਰਫ ਉਹੀ ਵੀਲ ਮੂਵ ਕੀਤਾ, ਦੂਜਾ ਵੀਲ ਮੂਵ ਨਹੀਂ ਕੀਤਾ। ਦੂਜਾ ਵੀਲ ਆਪਣੀ ਜਗ੍ਹਾ ਤੇ ਉਦਾਂ ਦਾ ਉਦਾਂ ਹੀ ਅੜਿਆ ਰਿਹਾ। ਇਹਨੂੰ ਅਸੀਂ ਕਹਿੰਦੇ ਆ ਵਰਟੀਕਲ ਸਲਾਈਡ ਇੰਡੀਪੈਂਡੈਂਟ ਸਸਪੈਂਸ਼ਨ। ਮਰੂਤੀ ਗੱਡੀਆਂ ਦੇ ਵਿੱਚ ਜ਼ਿਆਦਾਤਰ ਵਰਟੀਕਲ ਸਲਾਈਡ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕੀਤਾ ਜਾਂਦਾ ਹੈ, ਇਹ ਯਾਦ ਰੱਖਿਓ। ਵਰਟੀਕਲ ਸਲਾਈਡ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਜ਼ਿਆਦਾਤਰ ਮਰੂਤੀ ਗੱਡੀਆਂ 'ਚ ਯੂਜ਼ ਹੁੰਦਾ ਹੈ। ਹੁਣ ਉਹਦੀ ਥਿਊਰੀ ਪੜ੍ਹਦੇ ਹਾਂ। ਥਿਊਰੀ 'ਚ ਕੀ ਕਹਿੰਦੇ ਨੇ, ਇਨ ਦਿਸ ਸਿਸਟਮ ਦੀ ਕਿੰਗ ਪਿਨ ਇਜ਼ ਐਕਸਟੈਂਡਡ ਇਨ ਲੈਂਥ। ਕਹਿੰਦੇ ਇਸ ਸਿਸਟਮ 'ਚ ਅਸੀਂ ਕੀ ਕਰਦੇ ਹਾਂ, ਕਿੰਗ ਪਿਨ ਦੀ ਜਿਹੜੀ ਲੈਂਥ ਹੈ ਨਾ ਉਹਨੂੰ ਵਧਾ ਦਿੰਦੇ ਆ। ਵੈਸੇ ਕਿੰਗ ਪਿਨ ਇੰਨੀ ਲੰਬੀ ਨਹੀਂ ਹੁੰਦੀ ਬਟ ਇਹਦੇ 'ਚ ਆਪਾਂ ਕੀ ਕਰਦੇ ਹਾਂ, ਕਿੰਗ ਪਿਨ ਦੀ ਲੈਂਥ ਨੂੰ ਇਨਕਰੀਜ਼ ਕਰ ਦਿੰਦੇ ਆ। The long rod of kingpin extension slides in bushes which are fitted in the axle beam holes। ਜਿਹੜੀ ਕਿੰਗਪਿਨ ਦੀ ਲੰਬੀ ਰੋਡ ਸੀਗੀ ਉਹ ਸਲਾਈਡ ਕਿਹਦੇ ਚ ਕਰਦੀ ਏ, ਐਕਸਲ ਦੇ ਵਿੱਚ ਆਪਾਂ ਹੋਲ ਕੀਤਾ ਹੈ, ਐਕਸਲ ਦੇ ਵਿੱਚ ਹੋਲ ਕਰਕੇ ਵਿੱਚ ਬੁਸ਼ ਫਸਾਤਾ ਹੈ। ਉਸ ਬੁਸ਼ ਦੇ ਵਿੱਚ ਕਿੰਗਪਿਨ ਦੀ ਜਿਹੜੀ ਲੰਬੀ ਰੋਡ ਏ ਇਹਨੇ ਅੰਦਰ ਸਲਾਈਡ ਕਰਨਾ ਹੈ ਵਰਟੀਕਲੀ, ਉੱਪਰ ਨੀਚੇ ਵਰਟੀਕਲੀ ਸਲਾਈਡ ਕਰਨਾ ਹੈ। A coil spring is fitted under axle and over the kingpin। ਕਹਿੰਦੇ ਇੱਕ coil spring ਨੂੰ ਫਿੱਟ ਕੀਤਾ ਸੀ, ਉਹ coil spring ਕਿੱਥੇ ਫਿੱਟ ਕੀਤਾ ਹੈ, ਐਕਸਲ ਦੇ ਨੀਚੇ over the kingpin। ਇਹ ਐਕਸਲ ਹੈ, ਇਹ ਐਕਸਲ ਹੈ, ਐਕਸਲ ਦੇ ਨੀਚੇ ਵਾਲੇ ਪਾਰਟ ਤੇ ਕਿੰਗਪਿਨ ਦੇ ਉੱਪਰ ਇੱਕ ਆਪਾਂ ਇਸ ਜਗ੍ਹਾ ਤੇ ਇੱਕ ਆਪਾਂ coil spring ਫਿੱਟ ਕਰਤਾ, ਇਸ ਜਗ੍ਹਾ ਤੇ ਐਕਸਲ ਦੇ ਨੀਚੇ ਤੇ ਕਿੰਗਪਿਨ ਦੇ ਉੱਪਰ ਇਸ ਜਗ੍ਹਾ ਤੇ ਆਪਾਂ ਕੀ ਕਰਾਂਗੇ, ਇੱਕ ਕੋਇਲ ਸਪਰਿੰਗ ਯੂਜ਼ ਕਰ ਦਾਂਗੇ। ਉਹ ਕੋਇਲ ਸਪਰਿੰਗ ਕੀ ਕਰੇਗਾ, ਇੱਕ ਤਰ੍ਹਾਂ ਸਸਪੈਂਸ਼ਨ ਸਿਸਟਮ ਦਾ ਕੰਮ ਕਰੇਗਾ ਸਾਡੇ ਵਾਸਤੇ। A coil spring is fitted under the axle and cover and over the kingpin। This arrangement is most widely including in Maruti vehicles। ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਵੀ ਮਰੂਤੀ ਦੇ ਵਿੱਚ, ਮਰੂਤੀ ਦੀਆਂ ਗੱਡੀਆਂ ਦੇ ਵਿੱਚ ਅਸੀਂ ਵਰਟੀਕਲ ਸਲਾਈਡ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕਰਦੇ ਹਾਂ। ਇਹਦੇ ਵਿੱਚ ਕੁਝ ਵੀ ਨਹੀਂ ਹੈ ਜੀ, ਦੋਨੋਂ ਟਾਇਰਾਂ ਦੀਆਂ ਜਿਹੜੀਆਂ ਕਿੰਗ ਪਿਨਸ ਨੇ ਉਹਨਾਂ ਨੂੰ ਆਪਾਂ ਲੈਂਥ ਇੰਕਰੀਜ਼ ਕਰਤੀ ਹੈ, ਐਕਸਲ ਦੇ ਵਿੱਚ ਦੋ ਹੋਲ ਕਰਤੇ, ਦੋ ਹੋਲ ਕਰਕੇ ਵਿੱਚ ਬੁਸ਼ ਫਸਾਤੇ। ਉਹ ਜਿਹੜਾ ਕਿੰਗ ਪਿਨ ਸੀਗੀ, ਕਿੰਗ ਪਿਨ ਦੇ ਇੱਥੇ ਇੱਕ ਕੋਇਲ ਸਪਰਿੰਗ ਪਾਤਾ, ਜਦੋਂ ਇਹਨੂੰ ਝਟਕਾ ਲੱਗੇਗਾ ਇੱਕ ਬੰਪ ਆਏਗਾ,
यह चीज उपर मूव करेगी, कोयल स्प्रिंग कंप्रैस होएगा, बाद जो कोयल स्प्रिंग खुलेगा जो तो वापस टायर जिहड़ा अपनी जगह ते आ जाएगा। यह वे वर्टिकल स्लाइड टाइप इंडिपेंडेंट सस्पेंशन जिहड़ा असीं मारुति गड्डियां दे विच यूज करते हैं। सिंपल सीगा बिल्कुल, कोई औखा नहीं इहदे च। अगों की आ गया जी डिवाइडेड एक्सल इंडिपेंडेंट सस्पेंशन। उन्होंने की किया, जिहड़ा एक्सल सीगा ना, जिहड़ा आपां एक्सल यूज करते पे सीगे, अगे उन्होंने एक्सल दे विच दो होल कीते सीगे अलग अलग। इन्हां ने की किया, एक्सल नूं दो पार्ट दे विच डिवाइड करता, जिद्दां कि नाम तो पता लगता पिया डिवाइडेड एक्सल, मतलब एक्सल नूं दो भागां दे विच वंडता। अद्धा भाग इधर आ गया एक्सल दा, अद्धा भाग इधर आ गया, ते दो भागां दे विच वंडण दे लई उन्होंने विच की लाता, डिफरेंशियल लाता। ठीक है, हुण राइट टायर दे नीचे जो बंप आएगा, कल्ला राइट व्हील जिहड़ा राइट टायर जिहड़ा वो ऊपर चक्या जाएगा, दूजा टायर अपनी जगह ते उदा उदा ही पिया रहा, उन्होंने पता भी नहीं लगा भी राइट दे नीचे बंप आया सीगा। ठीक है, मतलब आपां की कीता, एक्सल नूं डिवाइड करता दो पार्ट्स दे विच। ਇਹਦੇ ਬਾਰੇ ਆਪਾਂ ਸਟੱਡੀ ਕਰਦੇ ਹਾਂ। ਇਟ ਇਜ਼ ਯੂਜ਼ਡ ਇਨ ਸਮ ਫਰੰਟ ਵੀਲ ਡਰਾਈਵ ਵਹੀਕਲਸ। ਡਿਵਾਈਡਡ ਐਕਸਲ ਇੰਡੀਪੈਂਡੈਂਟ ਸਸਪੈਂਸ਼ਨ ਕਿੱਥੇ ਯੂਜ਼ ਹੋਏਗਾ? ਉਹਨਾਂ ਗੱਡੀਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਫਰੰਟ ਵੀਲ ਡਰਾਈਵ ਹੋਏਗੀ। ਫਰੰਟ ਵੀਲ ਡਰਾਈਵ, ਰੀਅਰ ਵੀਲ ਡਰਾਈਵ ਉਹ ਤੁਸੀਂ ਪੜ੍ਹ ਚੁੱਕੇ ਹੋ, ਉਹ ਤੁਹਾਨੂੰ ਦੱਸਣ ਦੀ ਲੋੜ ਨਹੀਂ। ਕਹਿੰਦੇ ਜਿਨ੍ਹਾਂ ਗੱਡੀਆਂ ਦੇ ਵਿੱਚ ਫਰੰਟ ਵੀਲ ਡਰਾਈਵ ਹੋਏਗੀ, ਉਹਨਾਂ ਗੱਡੀਆਂ ਦੇ ਵਿੱਚ ਅਸੀਂ ਡਿਵਾਈਡਡ ਐਕਸਲ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕਰਾਂਗੇ। ਦੀ ਡਿਫਰੈਂਸ਼ੀਅਲ ਇਜ਼ ਫਿਟਡ ऑन दी चैसी फ्रेम। जिहड़ा डिफरेंशियल है उन्होंने असीं फिट करांगे चैसी फ्रेम ते, मतलब जिहड़ी चैसी दा फ्रेम है, जिहड़ा चैसी दा मेन पार्ट है जिन्होंने असीं फ्रेम कहने आ, उहदे उत्ते असीं डिफरेंशियल नूं फिट करांगे। दी ड्राइव फ्रॉम दी डिफरेंशियल इज ट्रांसमिटेड टू दी व्हील्स विद दी हेल्प ऑफ स्मॉल प्रोपेलर शाफ्ट्स। जिहड़ी व्हील्स नूं पावर मिलनी है वो डिफरेंशियल ने देनी है, ते ਇਹ ਜਿਹੜੀਆਂ ਦੋ ਸ਼ਾਫਟ ਨੇ ਇਹ ਇੱਕ ਤਰ੍ਹਾਂ ਦੀਆਂ ਪ੍ਰੋਪੈਲਰ ਸ਼ਾਫਟ ਨੇ। दो छोटिया छोटिया सी प्रोपैलर शाफ्टां लगातियां, वो प्रोपैलर शाफ्टां ने की करना है, व्हील नूं पावर देनी है। दी शाफ्ट्स आर सो फिटेड दैट दे रन इन क्लोज ट्यूब्स। शाफ्ट नूं इदां फिट कीता है भी यह क्लोज ट्यूब दे विच काम करनगियां, मतलब इस शाफ्ट दे उत्ते एक क्लोज्ड ट्यूब आपां लगाई है, उस ट्यूब दे अंदर इस शाफ्ट ने घूमना है, मतलब शाफ्ट दी एक कवरिंग भी है। कोयल स्प्रिंग्स आर माउंटेड एट दी व्हील साइड ऑफ दी रोड। जिहड़े कोयल स्प्रिंग्स ने उन्हां नूं भी माउंट किया गया है, वह भी लगाए गए ने, कित्थे लगाए गए ने? एट दी व्हील साइड ऑफ दी रोड। यह जिहड़ी रोड आपां यूज करते पे हां, इस रोड दी व्हील साइड ते, मतलब इस जगह ते। रोड दे दो साइड ने, यह डिफरेंशियल साइड है रोड दा, यह व्हील साइड है। व्हील साइड वाली जगह ते आपां दो कोयल स्प्रिंग नूं अटैच करता, एक कोयल स्प्रिंग इधर अटैच करता, एक कोयल स्प्रिंग आपां इधर अटैच करता। जदों भी एक साइड ते बंप आएगा, डिफरेंशियल दे विच जिहड़ी जगह है उत्थों बंप अपना जिहड़ा व्हील है वो ऊपर मूव कर जाएगा, ते दूजा जिहड़ा व्हील है वो अपनी जगह ते रहेगा, उन्होंने नहीं पता लगेगा भी दूसरे व्हील दे नीचे एक बंप आया। सो यह गया डिवाइडेड एक्सल इंडिपेंडेंट सस्पेंशन। इहनूं असीं कहने आ एक्सल नूं डिवाइड करता दो भाग दे विच, ते उन्होंने असीं एज इंडिपेंडेंट सस्पेंशन सिस्टम यूज किया। तीजा जिहड़ा सीगा वो सीगा पैरेलल लिंक इंडिपेंडेंट सस्पेंशन। इहदे च की है, दो व्हील ने, दोनों का अपना अलग अलग इंडिपेंडेंट सस्पेंशन है। ठीक है, इहदे अंदर लिंक्स बनाए ने आपां, पैरेलल लिंक्स बनाए ने। जिहड़ा उपर वाला उहनूं अपर आर्म कहने आ, नीचे वाले नूं लोअर आर्म कहने आ, ते जिहड़े साइड ते ने इन्हां नूं असीं पैरेलल लिंक कहने आ। एक बॉक्स है, बॉक्स दे विच जिहड़े उपर वाला पार्ट है उहनूं असीं कहना अपर आर्म, जिहड़ा नीचे वाला पार्ट है उहनूं असीं कहना लोअर आर्म, ते अंदर जिहड़े दो प्लेन सीधियां जगह ने, प्लेन प्लेट्स ने या प्लेन लिंक ने, उहनां नूं असीं कहना है पैरेलल लिंक्स। इधर भी दो पैरेलल लिंक्स ने, इधर भी दो पैरेलल लिंक्स ने, इधर भी एक अपर आर्म होगी, इधर भी एक अपर आर्म होगी, इधर एक लोअर आर्म होगी, ते इधर भी एक लोअर आर्म होगी। ਇਹ ਕਿੱਦਾਂ ਕੰਮ ਕਰਦਾ ਹੈ ਪੈਰਲਲ ਲਿੰਕ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ, ਕਿੱਦਾਂ ਕੰਮ ਕਰਦਾ ਹੈ ਤੇ ਆਪਾਂ ਨੂੰ ਕਿੱਥੇ ਯੂਜ਼ ਕਰਦੇ ਆ? ਇਹਨੂੰ ਅਸੀਂ ਜ਼ਿਆਦਾਤਰ ਯੂਜ਼ ਕਰਦੇ ਆ ਅੰਬੈਸਡਰ ਗੱਡੀ ਦੇ ਵਿੱਚ। ਅੰਬੈਸਡਰ ਗੱਡੀ ਤੁਸੀਂ ਸਾਰਿਆਂ ਨੇ ਦੇਖੀ ਹੋਏਗੀ। ਅੰਬੈਸਡਰ ਗੱਡੀ ਦੇ ਵਿੱਚ ਜਿਹੜਾ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕਰਦੇ ਆ ਉਹ ਪੈਰਲਲ ਲਿੰਕ ਹੈ। In this arrangement there are parallel links called upper control arm and lower control arm। ਇਸ ਅਰੇਂਜਮੈਂਟ ਦੇ ਵਿੱਚ
ਪੈਰਲਲ ਲਿੰਕ ਹੋਣਗੇ, ਇੱਕ ਨੂੰ ਅਸੀਂ ਕਵਾਂਗੇ ਅਪਰ ਆਰਮ ਤੇ ਦੂਜੇ ਨੂੰ ਅਸੀਂ ਕਵਾਂਗੇ ਲੋਅਰ ਆਰਮ। ਇਹ ਉੱਪਰ ਵਾਲੀ ਹੋ ਗਈ ਅਪਰ ਆਰਮ, ਨੀਚੇ ਵਾਲੀ ਹੋ ਗਈ ਲੋਅਰ ਆਰਮ। One end of each arm is attached to the chassis frame while the other end to the steering knuckle arm। ਉਹ ਕਹਿੰਦੇ ਜਿਹੜੀ ਅਪਰ ਆਰਮ ਹੈ ਤੇ ਜਿਹੜੀ ਲੋਅਰ ਆਰਮ ਹੈ ਨਾ, ਇਹਨਾਂ ਦੋਨਾਂ ਆਰਮਸ ਦਾ, ਇਹ ਅਪਰ ਆਰਮ ਤੇ ਇਹ ਲੋਅਰ ਆਰਮ, ਇਹ ਦੋਨਾਂ ਆਰਮਸ ਦਾ one end of each arm, ਇੱਕ ਸਿਰਾ ਦੋਨੋਂ ਆਰਮਸ ਦਾ, ਚਾਹੇ ਉਹ ਅਪਰ ਆਰਮ ਹੈ ਚਾਹੇ ਉਹ ਲੋਅਰ ਆਰਮ ਹੈ, is attached to the chassis frame। ਚੈਸੀ ਫਰੇਮ ਦੇ ਨਾਲ ਅਟੈਚ ਕੀਤਾ ਜਾਊਗਾ, ਫਰੇਮ ਦੇ ਨਾਲ ਅਟੈਚ ਕੀਤਾ ਜਾਊਗਾ, ਤੇ ਜਿਹੜਾ ਦੂਜਾ ਸਿਰਾ ਹੋਏਗਾ ਉਹਨੂੰ ਅਸੀਂ ਸਟੀਅਰਿੰਗ ਨਕਲ ਦੇ ਨਾਲ ਅਟੈਚ ਕਰਾਂਗੇ। ਜਿਹੜੀ ਅਸੀਂ ਦੋ ਆਰਮਸ ਯੂਜ਼ ਕਰਦੇ ਪਏ ਆ, ਅਪਰ ਆਰਮ ਤੇ ਲੋਅਰ ਆਰਮ, ਉਹਨਾਂ ਆਰਮਸ ਦਾ ਇੱਕ ਇੱਕ ਸਿਰਾ ਚੈਸੀ ਦੇ ਫਰੇਮ ਦੇ ਨਾਲ ਅਟੈਚ ਹੋਏਗਾ ਤੇ ਦੂਜਾ ਜਿਹੜਾ ਹੋਏਗਾ ਉਹ ਸਟੀਅਰਿੰਗ ਨਕਲ ਦੇ ਨਾਲ ਅਟੈਚ ਕੀਤਾ ਜਾਊਗਾ। ਸਟੀਅਰਿੰਗ ਸਿਸਟਮ ਦਾ ਜਿਹੜਾ ਨਕਲ ਆਪਾਂ ਯੂਜ਼ ਕਰਦੇ ਪਏ ਆ, ਨਕਲ ਜੁਆਇੰਟ ਯੂਜ਼ ਕਰਦੇ ਪਏ ਆ, ਉਹਦੇ ਨਾਲ ਆਪਾਂ ਅਟੈਚ ਕਰਾਂਗੇ। ਅੰਬੈਸਡਰ ਕਾਰਸ ਯੂਜ਼ ਦਿਸ ਸਿਸਟਮ। ਅੰਬੈਸਡਰ ਗੱਡੀਆਂ ਦੇ ਵਿੱਚ ਅਸੀਂ ਇਹ ਸਿਸਟਮ ਯੂਜ਼ ਕਰਦੇ ਹਾਂ। ਵੈਨ ਏ ਵੀਲ ਕਮਸ ਅਕਰੋਸ ਏ ਬੰਪ, ਜਦੋਂ ਕੋਈ ਵੀ ਵੀਲ ਇੱਕ ਬੰਪ ਦੇ ਵਿੱਚੋਂ ਪਾਸ ਕਰੇਗਾ, ਦੀ ਪੈਰਲਲ ਲਿੰਕ ਰਾਈਜ਼ ਦੀ ਵੀਲ ਇੰਡੀਪੈਂਡੈਂਟਲੀ। ਜਿਹੜੇ ਪੈਰਲਲ ਲਿੰਕ ਲੱਗੇ ਨੇ ਉਹ ਕੀ ਕਰਨਗੇ, ਵੀਲ ਨੂੰ ਇੰਡੀਪੈਂਡੈਂਟਲੀ ਬਿਨਾਂ ਦੂਜੇ ਵੀਲ ਨੂੰ ਪਤਾ ਲੱਗੇ ਉੱਪਰ ਰਾਈਜ਼ ਕਰਾ ਦੇਣਗੇ। ਜੇ ਆਪਾਂ ਇੱਧਰ ਬੰਪ ਆ ਜਾਂਦਾ ਉਦੋਂ ਕੀ ਹੋਣਾ ਸੀਗਾ, ਇਸ ਵੀਲ ਨੇ ਉੱਪਰ ਲਿਫਟ ਕਰ ਜਾਣਾ ਸੀਗਾ। ਜਿਹੜੀਆਂ ਅਪਰ ਆਰਮ ਤੇ ਲੋਅਰ ਆਰਮ ਜਿਹੜੀ ਕੰਟਰੋਲ ਆਰਮ ਨੇ, ਉਹਨਾਂ ਨੇ ਆਪਣੀ ਜਗ੍ਹਾ ਤੇ ਰਹਿਣਾ ਹੈ, ਸਿਰਫ ਇਸ ਚੀਜ਼ ਨੇ ਮੂਵ ਕਰਨਾ ਹੈ। ਜਿਹੜੀਆਂ ਸਾਈਡ ਤੇ ਪੈਰਲਲ ਲਿੰਕਸ ਲੱਗੇ ਨੇ, ਇਹਨਾਂ ਪੈਰਲਲ ਲਿੰਕਸ ਨੇ ਅਪ ਡਾਊਨ ਮੂਵ ਕਰਨਾ ਹੈ ਬਸ। ਅੰਬੈਸਡਰ ਗੱਡੀ ਦੇ ਵਿੱਚ ਅਸੀਂ ਪੈਰਲਲ ਲਿੰਕ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕਰਦੇ ਹਾਂ। ਅੱਗੋਂ ਆ ਗਿਆ ਜੀ ਸਵਿੰਗਿੰਗ ਆਰਮ ਟਾਈਪ ਇੰਡੀਪੈਂਡੈਂਟ ਸਸਪੈਂਸ਼ਨ। ਮਤਲਬ ਵੀਲ ਦੇ ਨਾਲ ਇੱਕ ਆਰਮ ਲੱਗੀ ਹੈ ਜਿਹੜੀ ਸਵਿੰਗ ਕਰਦੀ ਹੈ। ਸਵਿੰਗ ਕਰਦੀ ਮਤਲਬ ਹਵਾ ਦੇ ਵਿੱਚ ਕਿਸੇ ਚੀਜ਼ ਦਾ ਮੂਵ ਕਰਨਾ, ਉਹਨੂੰ ਅਸੀਂ ਕਹਿੰਦੇ ਆ ਸਵਿੰਗ ਕਰਨਾ। ਇਹਦੇ ਵਿੱਚ ਟੋਰਸ਼ਨ ਬਾਰ ਆਪਾਂ ਯੂਜ਼ ਕਰਦੇ ਆ, ਟੋਰਸ਼ਨ ਰੋਡ ਆਪਾਂ ਯੂਜ਼ ਕਰਦੇ ਆ। ਸਵਿੰਗਿੰਗ ਆਰਮ ਟਾਈਪ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਜਿਹੜਾ ਉਹ ਜ਼ਿਆਦਾਤਰ ਮੈਟਾਡੋਰ ਜਿਹੜੀ ਗੱਡੀ ਆਂਦੀ ਸੀਗੀ ਆਪਣੇ ਕੋਲ ਪਹਿਲੇ, ਹੁਣ ਤੇ ਨਹੀਂ ਆਂਦੀ, ਮੈਟਾਡੋਰ ਗੱਡੀ ਦੇ ਵਿੱਚ ਸਵਿੰਗਿੰਗ ਆਰਮ ਟਾਈਪ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕੀਤਾ ਜਾਂਦਾ ਸੀਗਾ। ਇਹਦੇ ਵਿੱਚ ਕੀ ਹੁੰਦਾ ਹੈ, ਇਨ ਦਿਸ ਅਰੇਂਜਮੈਂਟ ਏ ਟੋਰਸ਼ਨ ਬਾਰ ਇਜ਼ ਯੂਜ਼ਡ ਫॉर ਟੇਕਿੰਗ ਸ਼ੌਕ। ਟੋਰਸ਼ਨ ਬਾਰ ਅਸੀਂ ਪਹਿਲੇ ਵੀ ਪੜਿਆ ਸੀਗਾ ਵੀ ਟੋਰਸ਼ਨ ਬਾਰ ਕੀ ਹੈ, ਇੱਕ ਰੋਡ ਹੈ, ਸਿੰਪਲ ਇੱਕ ਰੋਡ ਹੈ ਜਿਹਦਾ ਇੱਕ ਐਂਡ ਫ੍ਰੀ ਹੈ ਤੇ ਦੂਜਾ ਐਂਡ ਫਿਕਸ ਹੈ। ਜਿਹੜਾ ਐਂਡ ਫਿਕਸ ਹੈ ਉਹਨੇ ਤੇ ਮੂਵ ਕਰਨਾ ਨਹੀਂ, ਜਿਹੜਾ ਫ੍ਰੀ ਐਂਡ ਹੈ ਜਦੋਂ ਉਹਦੇ ਤੇ ਆਪਾਂ ਕੋਈ ਫੋਰਸ ਪਾਵਾਂਗੇ ਉਹ ਹਲਕਾ ਜਿਹਾ ਟਵਿਸਟ ਕਰੇਗਾ। ਜਦੋਂ ਹਲਕਾ ਜਿਹਾ ਟਵਿਸਟ ਕਰੇਗਾ ਉਹ ਸ਼ੌਕ ਨੂੰ ਐਬਜ਼ੌਰਬ ਕਰ ਲਏਗਾ। ਐਦਾਂ ਹੀ ਇਸ ਅਰੇਂਜਮੈਂਟ ਦੇ ਵਿੱਚ, ਸਵਿੰਗਿੰਗ ਆਰਮ ਅਰੇਂਜਮੈਂਟ ਦੇ ਵਿੱਚ ਕੀ ਹੋਏਗਾ, ਇੱਕ ਆਪਾਂ ਟੋਰਸ਼ਨ ਬਾਰ ਯੂਜ਼ ਕਰਾਂਗੇ। ਉਸ ਟੋਰਸ਼ਨ ਬਾਰ ਦਾ ਕੰਮ ਕੀ ਹੋਏਗਾ, ਸ਼ੌਕ ਨੂੰ ਆਪਣਾ ਅਬਜ਼ੌਰਬ ਕਰਨਾ, ਜਿਹੜਾ ਸ਼ੌਕ ਲੱਗਿਆ ਉਹਨੂੰ ਅਬਜ਼ੌਰਬ ਕਰਨਾ। ਇਹ ਸਵਿੰਗਿੰਗ ਆਰਮ ਇਜ਼ ਆਏਗਾ ਇੱਥੇ ਯਾਰ ਲਿਖਿਆ ਇਜ਼ ਆਣਾ। A swinging arm is attached to the stub axle at one end and the other end of the arm is fixed to the torsion bar. The swinging arm is attached to the stub axle. ਜਿਹੜੀ ਇਹ ਸਵਿੰਗਿੰਗ ਆਰਮ ਹੈ ਇਹ ਇੱਕ ਜਗ੍ਹਾ ਤੋਂ ਵੀਲ ਦੇ ਨਾਲ ਅਟੈਚ ਹੈ ਤੇ ਜਿਹੜਾ ਇਹਦਾ ਦੂਜਾ ਐਂਡ ਹੈ, ਉਹ ਜਿਹੜਾ ਦੂਸਰਾ ਐਂਡ ਹੈ ਉਹਨੂੰ ਅਸੀਂ ਅਟੈਚ ਕਰਤਾ ਟੋਰਸ਼ਨ ਬਾਰ ਦੇ ਨਾਲ। ਮਤਲਬ ਹੈ ਜਿਹੜੀ ਸਵਿੰਗਿੰਗ ਆਰਮ ਸੀਗੀ ਇਹਦਾ ਇੱਕ ਐਂਡ ਆਪਾਂ ਵੀਲ ਦੇ ਨਾਲ ਅਟੈਚ ਕਰਤਾ ਸਟੱਬ ਐਕਸਲ ਦੇ ਰਾਹੀਂ, ਤੇ ਜਿਹੜਾ ਦੂਜਾ ਐਂਡ ਸੀਗਾ ਉਹਨੂੰ ਅਸੀਂ ਟੋਰਸ਼ਨ ਬਾਰ ਦੇ ਨਾਲ ਅਟੈਚ ਕਰਤਾ। ਵੈਨ ਦੀ ਵਹੀਕਲ ਕਮਸ ਅਕਰੋਸ ਏ ਬੰਪ, ਜਦੋਂ ਵਹੀਕਲ ਕਿਸੇ ਬੰਪ ਦੇ ਵਿੱਚੋਂ ਪਾਸ ਕਰੇਗਾ, ਇਟ ਲਿਫਟਡ ਰਿਜ਼ਲਟਡ ਟਵਿਸਟ ਇਨ ਦੀ ਟੋਰਸ਼ਨ ਬਾਰ। ਸਿੰਪਲ ਜੀ ਗੱਲ ਹੈ, ਇੱਕਦਮ ਜਦੋਂ ਵਹੀਕਲ ਦੇ ਨੀਚੇ ਕੋਈ ਬੰਪ ਆ ਗਿਆ ਤੇ ਵੀਲ ਨੇ ਉੱਪਰ ਉੱਠਣਾ। ਜਦੋਂ ਵੀਲ ਨੇ ਉੱਪਰ ਉੱਠਣਾ ਸਵਿੰਗਿੰਗ ਆਰਮ ਜਿਹੜੀ ਹੈ, ਸਵਿੰਗਿੰਗ ਆਰਮ ਅੱਗੇ ਜੁੜੀ ਹੈ ਟੋਰਸ਼ਨ ਬਾਰ ਦੇ ਨਾਲ। ਉਸ ਟੋਰਸ਼ਨ ਬਾਰ ਦੇ ਵਿੱਚ ਕੀ ਹੋਏਗਾ, ਇੱਕਦਮ ਟਵਿਸਟ ਆਏਗਾ। ਜਦੋਂ ਵੀ ਕੋਈ ਚੀਜ਼ ਵੀਲ ਉੱਪਰ ਨੂੰ ਚੱਕਿਆ ਜਾਏਗਾ ਉਦੋਂ ਟੋਰਸ਼ਨ ਬਾਰ ਦੇ ਵਿੱਚ ਇੱਕ ਟਵਿਸਟ ਆਏਗਾ। ਉਸ ਟਵਿਸਟ ਦੇ ਨਾਲ ਕੀ ਹੋਏਗਾ, ਉਹ ਜਿਹੜਾ ਸ਼ੌਕ ਹੈ ਜਿਹੜਾ ਪੈਦਾ ਹੋਇਆ ਉਹ ਸਾਰੇ ਦਾ ਸਾਰਾ ਸ਼ੌਕ ਟੋਰਸ਼ਨ ਬਾਰ ਆਪਣੇ ਅੰਦਰ ਅਬਜ਼ੌਰਬ ਕਰ ਲੇਗੀ। ਉਹਨੂੰ ਅਸੀਂ ਕਵਾਂਗੇ ਸਵਿੰਗਿੰਗ ਆਰਮ ਟਾਈਪ ਇੰਡੀਪੈਂਡੈਂਟ ਸਸਪੈਂਸ਼ਨ। ਮੈਟਾਡੋਰ ਵਹੀਕਲ ਯੂਜ਼ ਦਿਸ ਅਰੇਂਜਮੈਂਟ। ਮੈਟਾਡੋਰ ਗੱਡੀਆਂ ਦੇ ਵਿੱਚ ਇਸ ਤਰ੍ਹਾਂ ਦਾ ਸਸਪੈਂਸ਼ਨ ਸਿਸਟਮ ਯੂਜ਼ ਕੀਤਾ ਜਾਂਦਾ ਹੈ ਕਿ ਇੱਕ ਟਾਇਰ ਜਿਹੜਾ ਉਹਦੇ ਨਾਲ ਇੱਕ ਆਪਾਂ ਆਰਮ ਅਟੈਚ ਕਰਤੀ ਸਵਿੰਗਿੰਗ ਆਰਮ, ਇੱਕ ਸਾਈਡ ਤੋਂ ਉਹ ਨੱਕਲ ਦੇ ਨਾਲ ਅਟੈਚ ਹੈ, ਦੂਜੇ ਸਾਈਡ ਤੋਂ ਟੋਰਸ਼ਨ ਬਾਰ ਦੇ ਨਾਲ ਅਟੈਚ ਹੈ। ਇੱਧਰ ਸਟੱਬ ਐਕਸਲ ਦੇ ਨਾਲ ਅਟੈਚ ਹੈ,
दूसरे साइड ते वो टॉर्शन बार दे नाल अटैच है। जो एकदम झटका लगेगा यह आम जी स्विंग करेगी, हिलन की कोशिश करेगी, वो जी अगे नाल अटैच है टॉर्शन बार दे नाल। वो टॉर्शन बार की करेगी, तुहानूं टॉर्शन बार का पता ही है, टॉर्शन बार के उत्ते जो फोर्स लगती है, टॉर्शन बार का एक एंड फिक्स होंदा है, वो ट्विस्ट नहीं करता, तो जो एंड फ्री होंदा वो ट्विस्ट कर जाता। जो टॉर्शन बार ट्विस्ट करेगी वो शॉक नूं अपने अंदर एब्जॉर्ब कर लेगी। इनूं असीं कहने हैं स्विंगिंग आर्म टाइप इंडिपेंडेंट सस्पेंशन। अगों असीं गल करते हैं भी जिहड़ा आपां इंडिपेंडेंट सस्पेंशन सिस्टम यूज करते हैं उसका फायदा की है रिजिड एक्सल नालों। दो तरह के सस्पेंशन सिस्टम ने, रिजिड एक्सल ते इंडिपेंडेंट। वो कहते इंडिपेंडेंट का क्यों फायदा, इंडिपेंडेंट नूं आपां क्यों प्रेफरेंस देने पे, अजकल आपां हर गड्डी च इंडिपेंडेंट सस्पेंशन सिस्टम लाने पे हैं, कोई फायदा होएगा तां ही लाने पे हैं। तो हुण एडवांटेजेस की गल करते हैं आपां। पहला एडवांटेज की है, व्हेन द व्हीकल कम्स अक्रॉस ए बंप द बॉडी एंड द व्हील डू नॉट टिल्ट, द बॉडी रिमेन्स हॉरिजॉन्टल एंड द व्हील रिमेन वर्टिकल। कहते जदों भी बॉडी ने, व्हीकल ने जदों किसी बंप दे विचों पास करना है, उदों ना ही बॉडी ने टिल्ट करना है ते ना ही टायरां ने टिल्ट करना है। जे बॉडी तुहाडी वर्टिकल है तो वो बॉडी ने वर्टिकल ही रहना जो उन्होंने झटका लगना है। ऐ नहीं भी बॉडी में जो झटका लगना बॉडी ने इदा नहीं हो जाना, बॉडी ने वर्टिकल इदा ही रहना सीधा ही। ते टायर जिहड़े वर्टिकल ने, टायरां ने भी अपने हाँ टायर वर्टिकल ने, टायरां ने भी वर्टिकल रहना है। जो भी कोई टायर चलते पे ने एकदम झटका लगा, टायर इदा ऊपर मूव करेगा फिर नीचे आ जाएगा, जे इनू झटका लगेगा ए ऊपर मूव करेगा ए नीचे आ जाएगा। ए नहीं भी टायरां ने इदा नहीं हो जाना या टायरां ने इदा नहीं हो जाना। ठीक है, जिहड़ा आपां इंडिपेंडेंट सस्पेंशन सिस्टम यूज करते हैं, इंडिपेंडेंट सस्पेंशन सिस्टम दे विच जदों कोई भी बंप आंदा है उस बंप दे नाल जिहड़ी बॉडी है ते जिहड़े व्हील ने वो टिल्ट नहीं करते। बॉडी जिहड़ी है वो हॉरिजॉन्टल रहिंदी है, हॉरिजॉन्टल दी हॉरिजॉन्टल रहेगी, इदा ही रहेगी, ते जिहड़े व्हील ने वो वर्टिकल दे वर्टिकल रहणगे। यह पहला एडवांटेज सीगा इंडिपेंडेंट सस्पेंशन सिस्टम दा। जे आपां दूजे एडवांटेज की गल करते हैं, अनस्प्रंग वेट इज रिड्यूस्ड, हैंस बैटर रोड टायर कंटैक्ट एंड इंक्रीज टायर लाइफ। जे आपां इंडिपेंडेंट सस्पेंशन सिस्टम यूज करांगे उहदे नाल की होएगा, अनस्प्रंग वेट जिहड़ा है वो घटेगा। अनस्प्रंग वेट की हुंदा है, जे आपां गड्डी दे विचों, गड्डी दे टोटल भार दे विचों स्प्रंग वेट यानी कि वो वेट जिहड़ा सस्पेंशन सिस्टम के उत्ते पैंदा पिया है या सस्पेंशन सिस्टम का भार जे आपां उहनूं घटा दांगे गड्डी के टोटल भार दे विचों ते उहनूं असीं अनस्प्रंग वेट कहने आ। अनस्प्रंग वेट आपां जो डिस्कस कीता सीगा उदों एक गल कीती सीगी भी अनस्प्रंग वेट घट तो घट होना चाहिए। जिन्ना अनस्प्रिंग वेट घट होएगा उन्नियां वाइब्रेशनस घट होणगियां। जदों असीं इंडिपेंडेंट सस्पेंशन सिस्टम यूज करते हैं ना उदों अनस्प्रिंग वेट अपने आप घट जाता है, उदों कोई एक्सल यूज करने की लोड़ तो पैंदी नहीं, उदों अपने आप अनस्प्रिंग वेट घट गया। जे अनस्प्रिंग वेट घट गया उहदे नाल की होया, जिहड़ा रोड का ते टायर का कंटैक्ट सीगा वो बैटर हो गया ते इस तो इलावा जिहड़ी टायर की लाइफ सीगी वो वध गई। ठीक है, इंडिपेंडेंट सस्पेंशन सिस्टम यूज करने का की फायदा होया, अनस्प्रंग वेट घट गया। अनस्प्रंग वेट घटन दे नाल की होया, रोड का ते टायर का कंटैक्ट वधिया बन गया, बैटर हो गया ते उहदे नाल की होया टायर की लाइफ जिहड़ी है वो इंक्रीज कर गई। यह भी एक बेनीफिट हो गया इंडिपेंडेंट सस्पेंशन सिस्टम का। जे आपां थर्ड एडवांटेज की गल करिए तो थर्ड एडवांटेज जो की कहते हैं भी आपां इंडिपेंडेंट सस्पेंशन सिस्टम दे विच ना सॉफ्ट स्प्रिंग भी यूज कर सकते हैं। जरूरी नहीं आपां स्टिफ स्प्रिंग यूज करने ने या मीडियम स्प्रिंग यूज करने ने। इंडिपेंडेंट सस्पेंशन सिस्टम एक इदां दा सस्पेंशन सिस्टम है जिहदे विच आपां सॉफ्ट स्प्रिंग भी यूज कर सकते हैं। जदों असीं सॉफ्ट स्प्रिंग यूज करांगे उस टाइम ते सानूं जिहड़ी राइड मिलेगी वो ज़्यादा कंफर्टेबल मिलेगी रैदर दैन दी रिजिड एक्सल सस्पेंशन सिस्टम। ठीक है, असीं सॉफ्ट स्प्रिंग यूज कर सकते हैं इंडिपेंडेंट सस्पेंशन सिस्टम दे विच, जिहदे नाल सानूं जिहड़ी राइड मिलेगी वो कंफर्टेबल मिलेगी। फोर्थ पॉइंट की आपां जे गल करते हैं, स्प्रिंगिंग मूवमेंट ऑफ वन व्हील डज नॉट ट्रांसफर टू दी अदर व्हील। जदों किसी एक व्हील के नीचे बंप आंदा है उदों सिर्फ एक व्हील ही स्प्रिंगिंग मूवमेंट करता है, एक व्हील ही मूव करता है, दूजे व्हील नूं उहदे बारे पता भी नहीं लगता। मतलब जिहड़ी मूवमेंट है एक टायर की वो दूजे टायर तक ट्रांसफर नहीं होंदी जे आपां इंडिपेंडेंट सस्पेंशन सिस्टम यूज करते हैं। यही जे आपां रिजिड एक्सल सस्पेंशन सिस्टम यूज करते होंदे दोनों टायरां ने इकट्ठे मूव करना सीगा, ਉਹਦੇ ਨਾਲ बॉडी ने टिल्ट करना सीगा, बॉडी च वाइब्रेशनस आनियां सीगियां। इस करके जिहड़ा स्प्रिंगिंग मूवमेंट है वो एक व्हील का दूजे व्हील नूं ट्रांसफर नहीं होएगा जे असीं इंडिपेंडेंट सस्पेंशन सिस्टम
यूज करांगे। फिफ्थ पॉइंट ਦੇ ਵਿੱਚ ਉਹ ਕੀ ਕਹਿੰਦੇ ਨੇ, ਸਟੀਅਰਿੰਗ ਜਿਓਮੈਟਰੀ ਇਜ਼ ਨੋਟ ਅਫੈਕਟਡ, ਹੈਂਸ ਬੈਟਰ ਕੰਟਰੋਲ ਆਫ ਦੀ ਵਹੀਕਲ ਵਾਈਲ ਡਰਾਈਵਿੰਗ। ਜਦੋਂ ਅਸੀਂ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕਰਦੇ ਆ ਨਾ, ਉਦੋਂ ਸਟੀਅਰਿੰਗ ਜਿਓਮੈਟਰੀ ਨੂੰ ਕੋਈ ਫਰਕ ਨਹੀਂ ਪੈਂਦਾ। ਸਟੀਅਰਿੰਗ ਜਿਓਮੈਟਰੀ ਕੀ ਹੈ, ਕੈਂਬਰ ਹੋ ਗਿਆ, ਕਾਸਟਰ ਹੋ ਗਿਆ, ਟੋ ਇਨ ਹੋ ਗਿਆ, ਟੋ ਆਊਟ ਹੋ ਗਿਆ। ਇਹ ਅਸੀਂ ਪ੍ਰੀਵੀਅਸ ਪੜਿਆ ਹੋਏਗਾ ਸਟੀਅਰਿੰਗ ਸਿਸਟਮ ਦੇ ਵਿੱਚ ਵੀ ਕੈਂਬਰ ਕਿਹਨੂੰ ਕਹਿੰਦੇ ਆ, ਕਾਸਟਰ ਕਿਹਨੂੰ ਕਹਿੰਦੇ ਆ, ਕਿੰਗ ਪਿਨ ਇੰਕਲੀਨੇਸ਼ਨ ਕਿਹਨੂੰ ਕਹਿੰਦੇ ਆ, ਟੋ ਇਨ ਕਿਹਨੂੰ ਕਹਿੰਦੇ ਆ, ਟੋ ਆਊਟ ਕਿਹਨੂੰ ਕਹਿੰਦੇ ਆ। ਜਦੋਂ ਅਸੀਂ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕਰਦੇ ਆ ਨਾ, ਉਦੋਂ ਸਟੀਅਰਿੰਗ ਜਿਓਮੈਟਰੀ ਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਜਿੱਦਾਂ ਮਰਜ਼ੀ ਵਹੀਕਲ ਨੂੰ ਡਰਾਈਵ ਕਰੀਏ, ਉਹਦੀ ਸਟੀਅਰਿੰਗ ਜਿਓਮੈਟਰੀ ਜਿਹੜੀ ਉਹ ਖਰਾਬ ਨਹੀਂ ਹੋਏਗੀ। ਸਟੀਅਰਿੰਗ ਜਿਓਮੈਟਰੀ ਕਦੋਂ ਹਿਲਦੀ ਹੈ, ਜਦੋਂ ਰਿਜਿਡ ਐਕਸਲ ਹੋਵੇ, ਜਦੋਂ ਗੱਡੀ ਨੂੰ ਇੱਕਦਮ ਝਟਕਾ ਲੱਗੇ, ਗੱਡੀ ਆਪਣੀ ਟਿਲਟ ਹੋਵੇ, ਉਦੋਂ ਜਿਹੜੀ ਸਟੀਅਰਿੰਗ ਜਿਓਮੈਟਰੀ ਹੈ ਉਦੋਂ ਖਰਾਬ ਹੁੰਦੀ ਹੈ। ਇਸ ਕਰਕੇ ਸਟੀਅਰਿੰਗ ਜਿਓਮੈਟਰੀ ਜਿਹੜੀ ਹੈ ਉਹ ਅਫੈਕਟਡ ਨਹੀਂ ਹੋਏਗੀ ਜੇ ਆਪਾਂ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕਰਾਂਗੇ। ਹੈਂਸ ਬੈਟਰ ਕੰਟਰੋਲ ਆਫ ਦੀ ਵਹੀਕਲ ਵਾਈਲ ਡਰਾਈਵਿੰਗ। ਇਸ ਕਰਕੇ ਆਪਾਂ ਜਦੋਂ ਵੀ ਡਰਾਈਵਿੰਗ ਕਰਾਂਗੇ, ਸਾਨੂੰ ਇੱਕ ਜਿਹੜਾ ਕੰਟਰੋਲ ਮਿਲੇਗਾ ਗੱਡੀ ਦੇ ਉੱਤੇ, ਉਹ ਬੈਟਰ ਮਿਲੇਗਾ ਜਦੋਂ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਹੋਏਗਾ। ਰਿਜਿਡ ਐਕਸਲ ਦੇ ਵਿੱਚ ਜਿਹੜਾ ਕੰਟਰੋਲ ਹੈ ਗੱਡੀ ਉੱਪਰ, ਉਹ ਵਧੀਆ ਨਹੀਂ ਬਣ ਪਾਉਂਦਾ। ਲਾਸਟ 6ਵਾਂ ਪੁਆਇੰਟ ਹੈ ਜੀ, ਉਹਦੇ 'ਚ ਕੀ ਕਹਿੰਦੇ ਨੇ, ਦੀ ਡਿਸਟੈਂਸ ਬਿਟਵੀਨ ਚੈਸੀ ਐਂਡ ਗਰਾਊਂਡ ਕੈਨ ਬੀ ਡਿਕਰੀਜ਼ਡ ਪ੍ਰੋਵਾਈਡਿੰਗ ਮੋਰ ਸਟੇਬਿਲਿਟੀ ਟੂ ਦੀ ਵਹੀਕਲ ਵਾਈਲ ਮੂਵਿੰਗ ਐਂਡ ਟੇਕਿੰਗ ਟਰਨਸ। ਕਹਿੰਦੇ ਜਦੋਂ ਆਪਾਂ ਰਿਜਿਡ ਐਕਸਲ ਸਸਪੈਂਸ਼ਨ ਸਿਸਟਮ ਯੂਜ਼ ਕਰਦੇ ਆ, ਉਦੋਂ ਸਾਨੂੰ ਕੀ ਕਰਨਾ ਪੈਂਦਾ, ਇੱਕ ਐਕਸਲ ਲਾਣਾ ਪੈਂਦਾ ਹੈ, ਐਕਸਲ ਦੇ ਉੱਪਰ ਸਸਪੈਂਸ਼ਨ ਸਿਸਟਮ ਲਾਣਾ ਪੈਂਦਾ ਹੈ। ਉਹਦੇ ਨਾਲ ਕੀ ਹੁੰਦਾ, ਵਹੀਕਲ ਦੀ ਹਾਈਟ ਵੱਧ ਜਾਂਦੀ ਹੈ। ਠੀਕ ਹੈ, ਤੇ ਜੇ ਆਪਾਂ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕਰਦੇ ਆ, ਉਦੋਂ ਵਹੀਕਲ ਦੀ ਹਾਈਟ ਜਿਹੜੀ ਹੈ ਉਹ ਨਹੀਂ ਵੱਧਦੀ, ਕਿਉਂਕਿ ਸਸਪੈਂਸ਼ਨ ਸਿਸਟਮ ਜਿਹੜਾ ਉਹ ਬਿਲਕੁਲ ਟਾਇਰ ਦੇ ਨਾਲ ਲੱਗਦਾ ਹੈ। ਟਾਇਰ ਦੇ ਨਾਲ ਜਦੋਂ ਸਸਪੈਂਸ਼ਨ ਸਿਸਟਮ ਲੱਗੇਗਾ, ਉਦੋਂ ਹਾਈਟ ਵਧਣੀ ਨਹੀਂ। ਜਦੋਂ ਗੱਡੀ ਦੀ ਹਾਈਟ ਆਪਾਂ ਲੋਅਰ ਰੱਖਾਂਗੇ, ਜ਼ਿਆਦਾ ਹਾਈਟ ਘੱਟ ਹੋਏਗੀ ਮਤਲਬ ਗੱਡੀ ਦੀ, ਉਦੋਂ ਜਿਹੜੀ ਸਟੇਬਿਲਿਟੀ ਹੁੰਦੀ ਗੱਡੀ ਦੀ ਉਹ ਜ਼ਿਆਦਾ ਹੁੰਦੀ ਹੈ। ਇੱਕ ਬੇਸ ਆਫ ਸਟੇਬਿਲਿਟੀ ਅੱਗੇ ਟੌਪਿਕ ਆਏਗਾ, ਸੈਂਟਰ ਆਫ ਗ੍ਰੈਵਿਟੀ ਐਂਡ ਬੇਸ ਆਫ ਸਟੇਬਿਲਿਟੀ, ਵੇਟ ਡਿਸਟ੍ਰੀਬਿਊਸ਼ਨ ਅਸੀਂ ਕਹਿੰਦੇ ਆ ਉਹਨੂੰ। ਉਹਦੇ 'ਚ ਉਹਨਾਂ ਨੇ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿੰਨੀ ਆਪਾਂ ਗੱਡੀ ਨੂੰ ਨੀਵਾਂ ਬਣਾਵਾਂਗੇ, ਜਿੰਨੀ ਗੱਡੀ ਨੀਵੀਂ ਹੋਏਗੀ, ਜਿੰਨੀ ਉਹਦੀ ਸੈਂਟਰ ਆਫ ਗ੍ਰੈਵਿਟੀ ਡਾਊਨ ਹੋਏਗੀ, ਜਿੰਨਾ ਚੈਸੀ ਦੇ ਵਿੱਚ ਤੇ ਗਰਾਊਂਡ ਦੇ ਵਿੱਚ ਡਿਸਟੈਂਸ ਘੱਟ ਹੋਏਗਾ, ਉਨੇ ਘੱਟ ਗੱਡੀ ਦੇ ਪਲਟਣ ਦੇ ਚਾਂਸ ਹੋਣਗੇ। ਸੋ ਜੇ ਆਪਾਂ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕਰਾਂਗੇ, ਉਦੋਂ ਚੈਸੀ ਤੇ ਗਰਾਊਂਡ ਦੇ ਵਿਚਕਾਰ ਜਿਹੜਾ ਡਿਸਟੈਂਸ ਹੈ ਉਹਨੂੰ ਅਸੀਂ ਘਟਾ ਸਕਦੇ ਹਾਂ। ਉਹਦੇ ਨਾਲ ਕੀ ਹੁੰਦਾ, ਜਿਹੜੀ ਸਾਨੂੰ ਸਟੇਬਿਲਿਟੀ ਮਿਲਦੀ ਹੈ ਉਹ ਜ਼ਿਆਦਾ ਮਿਲਦੀ ਹੈ। ਕਿਹੜੀ ਸਟੇਬਿਲਿਟੀ, ਜਦੋਂ ਅਸੀਂ ਵਹੀਕਲ ਨੂੰ ਮੂਵ ਕਰਾਉਂਦੇ ਆ ਉਸ ਟਾਈਮ ਦੀ ਸਟੇਬਿਲਿਟੀ, ਤੇ ਜਦੋਂ ਆਪਾਂ ਟਰਨ ਲੈਂਦੇ ਆ, ਮੋੜ ਕੱਢਦੇ ਆ, ਉਸ ਟਾਈਮ ਜਿਹੜੀ ਸਟੇਬਿਲਿਟੀ ਮਿਲਦੀ ਹੈ ਉਹ ਜ਼ਿਆਦਾ ਬੈਟਰ ਮਿਲਦੀ ਹੈ। ਇਸ ਕਰਕੇ ਅਸੀਂ ਜੇ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਯੂਜ਼ ਕਰਾਂਗੇ ਤੇ ਗੱਡੀ ਸਾਡੀ ਜ਼ਿਆਦਾ ਸਟੇਬਲ ਹੋ ਕੇ ਚੱਲੇਗੀ। ਇਹ ਸੀਗੇ ਐਡਵਾਂਟੇਜ ਆਫ ਇੰਡੀਪੈਂਡੈਂਟ ਸਸਪੈਂਸ਼ਨ ਸਿਸਟਮ ਓਵਰ ਰਿਜਿਡ ਐਕਸਲ ਸਸਪੈਂਸ਼ਨ ਸਿਸਟਮ। ਬਾਕੀ ਅਸੀਂ ਨੈਕਸਟ ਲੈਕਚਰ ਸਟੱਡੀ ਕਰਾਂਗੇ। ਫਿਲਹਾਲ ਅੱਜ ਲਈ ਇੰਨਾ ਹੀ। ਥੈਂਕ ਯੂ।